ਕੰਟੀਨਿਊ ਕਰਦੇ ਹਾਂ ਜੀ। ਅੱਜ ਪੜ੍ਹਦੇ ਹਾਂ ਚੋਲਾਂ ਦਾ ਸਮਾਜਿਕ ਤੇ ਆਰਥਿਕ ਜੀਵਨ, ਸੋਸ਼ਲ ਐਂਡ ਇਕਨੋਮਿਕ ਲਾਈਫ ਕਿਸ ਤਰ੍ਹਾਂ ਦੀ ਸੀ। ਯਾਦ ਕਰੋ, ਸਮਾਜਿਕ ਵਿੱਚ 2-3 ਪਹਿਲੂ ਹੁੰਦੇ ਆ। ਜਾਤ ਪਾਤ ਦਾ ਐਂਗਲ, ਔਰਤਾਂ ਦੀ ਸਥਿਤੀ ਤੇ ਧਾਰਮਿਕ ਸਥਿਤੀ ਵੀ ਸਮਾਜਿਕ ਵਿੱਚ ਆ ਜਾਂਦੀ ਕਾਫੀ ਹੱਦ ਤੱਕ। ਇਹ 3-4 ਪਹਿਲੂਆਂ ਤੇ ਹੀ ਗੱਲਾਂ ਲਿਖਣੀਆਂ ਹੁੰਦੀਆਂ। ਤੁਹਾਡੇ ਨਾ ਮਾਈਂਡ ਵਿੱਚ ਇੱਕ ਤਾਣਾ ਬਾਣਾ ਸੈੱਟ ਹੋਣਾ ਚਾਹੀਦਾ ਆ ਵੀ ਹਾਂ ਵੀ ਆਹ ਮੇਨ ਪੁਆਇੰਟ ਆ ਤੇ ਇਹਦੇ ਉੱਤੇ ਗੱਲਾਂ ਲਿਖਣੀਆਂ। ਇਹ ਤੁਹਾਨੂੰ ਮੇਨਸ ਵਿੱਚ ਹੈਲਪ ਕਰੇਗਾ। ਬਾਕੀ ਤੁਸੀਂ ਉੱਪਰੋਂ ਪੜ੍ਹੋ, ਥੋੜ੍ਹਾ ਕੰਸੈਪਚੁਅਲ ਕਲੈਰਿਟੀ ਰੱਖੋ ਤਾਂ ਪ੍ਰੀ ਵਿੱਚ ਕਾਫੀ ਹੈਲਪ ਹੁੰਦੀ ਆ। ਚੋਲ ਕਾਲ ਦੌਰਾਨ ਜਾਤ ਪਾਤ ਦਾ ਪ੍ਰਚਲਨ ਸੀ। ਜਾਤ ਪਾਤ ਸੀਗੀ? ਯੈਸ ਸੀਗੀ। ਬ੍ਰਾਹਮਣ ਅਤੇ ਕਸ਼ੱਤਰੀਆਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਸਪੈਸ਼ਲ ਪ੍ਰਿਵਿਲੇਜ ਕਿਹਨਾਂ ਨੂੰ ਸੀ? ਬ੍ਰਾਹਮਣ ਅਤੇ ਕਸ਼ੱਤਰੀਆਂ ਨੂੰ। ਰਾਜੇ ਕੌਣ ਸੀ? ਕਸ਼ੱਤਰੀ। ਤੇ ਬ੍ਰਾਹਮਣ ਉਹਨਾਂ ਦੇ ਮੇਨ ਸਲਾਹਕਾਰ, ਜਾਂ ਵੈਸੇ ਵੀ ਬ੍ਰਾਹਮਣ ਧਾਰਮਿਕ ਹੈਡ ਸੀ। ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਹਾਲਾਂਕਿ ਸਮਾਜਿਕ ਅਤੇ ਧਾਰਮਿਕ ਜੀਵਨ ਵਿੱਚ ਵੱਖ-ਵੱਖ ਜਾਤਾਂ ਅਤੇ ਉਪਜਾਤੀਆਂ ਵਿੱਚ ਆਪਸ 'ਚ ਸਹਿਯੋਗ ਸੀ। ਕੋਈ ਇੰਨਾ ਵੈਰ ਭਾਵਨਾ ਨਹੀਂ ਸੀ। ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ। ਇਹ ਗੱਲ ਮੈਂ ਪਹਿਲਾਂ ਵੀ ਕਹੀ ਕਿ ਔਰਤਾਂ ਦੀ ਸਥਿਤੀ ਕੋਈ ਇੰਨੀ ਸੁਧਰੀ ਨਹੀਂ। ਲੇਟਰ ਵੈਦਿਕ ਪੀਰੀਅਡ ਤੋਂ ਲੈ ਕੇ ਅੰਗਰੇਜ਼ਾਂ ਦੇ ਆਉਣ ਤੱਕ ਔਰਤਾਂ ਦੀ ਸਥਿਤੀ ਕੋਈ ਇੰਨੀ ਸੁਧਰੀ ਨਹੀਂ। ਇਹ ਵੀ ਤੁਸੀਂ ਦੇਖਿਓ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਵੀ ਨਾ ਜਾਤ ਪਾਤ ਤੇ ਔਰਤਾਂ ਦੀ ਸਥਿਤੀ ਇਹਦੇ ਵਿੱਚ ਕੋਈ ਉਨੇ ਜ਼ਿਆਦਾ ਸੁਧਾਰ ਨਹੀਂ ਹੋਏ। ਤੁਸੀਂ ਦੇਖਿਓ ਕਿ ਸਾਡੇ ਮਹਾਰਾਜਿਆਂ ਦੀਆਂ ਪਤਨੀਆਂ ਨੇ ਵੀ ਸਤੀ ਕੀਤਾ। ਉਹ ਖੁਦ ਸਤੀ ਹੋਈਆਂ। ਕੰਵਰ ਨਿਹਾਲ ਸਿੰਘ ਦੀਆਂ ਪਤਨੀਆਂ ਸਤੀ ਹੋਈਆਂ ਉਸ ਦੇ ਨਾਲ। ਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੀ ਪਤਨੀਆਂ ਵੀ ਹੋਈਆਂ ਸੀ। ਕਹਿਣ ਦਾ ਮਤਲਬ ਸਮਾਜ ਵਿੱਚ ਸਤੀ ਪ੍ਰਥਾ ਸੀ। ਪੰਜਾਬ ਵਿੱਚ ਵੀ ਸੀ, ਇੱਥੇ ਵੀ ਚੱਲਦਾ ਰਿਹਾ ਕੰਮ। ਖਾਸ ਤੌਰ ਤੇ ਸ਼ਾਹੀ ਘਰਾਣਿਆਂ ਵਿੱਚ। ਚੌਲ ਦੀ ਗੱਲ ਕਰਦੇ ਆਪਾਂ, ਆਪਣੀ ਫੋਕਸ ਇੱਥੇ ਰੱਖੀ ਅਸੀਂ। ਸ਼ਾਹੀ ਘਰਾਣਿਆਂ ਵਿੱਚ ਸਤੀ ਦੀ ਪ੍ਰਥਾ ਪ੍ਰਚਲਿਤ ਸੀ। ਸ਼ਾਹੀ ਘਰਾਣਿਆਂ ਵਿੱਚ ਸਤੀ ਵੀ ਸੀ ਚੱਲਦੀ। ਸਤੀ ਸਮਝਦੇ ਆ ਨਾ, ਫਿਨਰਲ ਪਾਇਰ ਮੀਨ ਆਪਣੇ ਪਤੀ, ਮਰ ਚੁੱਕੇ ਪਤੀ ਦੀ ਜਿੱਥੇ ਸੰਸਕਾਰ ਹੁੰਦਾ ਆ ਸ਼ਮਸ਼ਾਨ ਘਾਟ ਵਿੱਚ, ਉੱਥੇ ਪਤਨੀ ਦਾ ਵੀ ਜਿੰਦਾ ਸੜ ਜਾਣਾ। ਇਸ ਸਮੇਂ ਦੌਰਾਨ ਮੰਦਰਾਂ ਨਾਲ ਜੁੜੀ ਦੇਵਦਾਸੀ ਪ੍ਰਣਾਲੀ ਜਾਂ ਨੱਚਣ ਵਾਲੀਆਂ ਕੁੜੀਆਂ ਦੀ ਪ੍ਰਥਾ ਦਾ ਉਦੈ ਹੋਇਆ। ਆਹ ਦੇਵਦਾਸੀ ਪ੍ਰਣਾਲੀ ਸਮਝੀਏ। ਇਹ ਕੀ ਹੁੰਦਾ ਸੀ ਕਿ ਟੀਨੇਜਰ ਕੁੜੀਆਂ ਜਾਂ ਛੋਟੀ ਕੁੜੀਆਂ ਨੂੰ ਮੰਦਰਾਂ ਨੂੰ ਦਾਨ ਕਰ ਦਿੱਤਾ ਜਾਂਦਾ ਸੀ ਕਿ ਅਸੀਂ ਇਹਨਾਂ ਨੂੰ ਕੀ ਬਣਾਤਾ ਆ, ਦੇਵਾਂ ਦੀ ਦਾਸੀ ਬਣਾਤਾ ਆ। ਤੇ ਉਹ ਲੜਕੀਆਂ ਹੌਲੀ ਹੌਲੀ ਫਿਰ ਉਹਨਾਂ ਨੇ ਉੱਥੇ ਹੀ ਡਾਂਸ ਕਰਨਾ ਸਿੱਖ ਲਿਆ। ਭਾਰਤ ਨਾਟਿਅਮ ਵਗੈਰਾ ਦਾ ਵੀ ਉਹਦੇ ਦੇਵਦਾਸੀ ਪਰੰਪਰਾ ਤੋਂ ਮੰਨਿਆ ਜਾਂਦਾ ਆ। ਦੇਵਦਾਸੀ ਮੰਦਰਾਂ ਵਿੱਚ ਇਹ ਕੰਮ ਕਰਦੀਆਂ ਸੀ। ਕਹਿਣ ਦਾ ਮਤਲਬ ਸੇਵਾ ਕਰਦੀਆਂ ਸੀ ਮੰਦਰਾਂ ਵਿੱਚ। ਤੇ ਨੱਚਣ ਵਾਲੀਆਂ ਕੁੜੀਆਂ ਕਿਉਂਕਿ ਡਾਂਸ ਵੀ ਕਰਦੀਆਂ ਸੀ। ਇਹ ਪ੍ਰਥਾ ਦਾ ਉਦੈ ਹੋਇਆ। ਇਹ ਪ੍ਰਥਾ ਅੱਜ ਵੀ ਆ। ਇਹ ਪ੍ਰਥਾ ਅੱਜ ਵੀ ਚੱਲਦੀ ਰਹੀ ਆ। ਇਹਦੇ ਪ੍ਰਮਾਣ ਮਿਲਦੇ ਪਏ ਆ। ਹੁੰਦਾ ਕੀ ਆ ਕਿ ਜੋ ਉੱਥੋਂ ਦਾ ਹੈਡ ਹੁੰਦਾ ਨਾ, ਇਹ ਇਸ ਤਰ੍ਹਾਂ ਦੇ ਸਬੂਤ ਹੈ ਜੀ। ਉਹ ਹੈਡ ਇਹਨਾਂ ਨੂੰ ਆਪਣੇ ਭੋਗ ਲਈ ਵਰਤਦੇ ਆ। ਇਸ ਤਰ੍ਹਾਂ ਦੇ ਸਬੂਤ ਵੀ ਹੈ। ਦੇਵਦਾਸੀ ਪਰੰਪਰਾ, ਦੇਵ ਦੀ ਦਾਸੀ ਟੀਨੇਜਰ ਲੜਕੀਆਂ ਨੂੰ ਦਾਨ ਕਰ ਦਿੱਤਾ ਜਾਂਦਾ ਸੀ ਮੰਦਰਾਂ ਵਿੱਚ। ਤੇ ਉਹ ਫਿਰ ਸਾਰੀ ਉਮਰ ਉੱਥੇ ਹੀ ਗੁਜ਼ਾਰਦੀਆਂ ਸਨ, ਡਾਂਸ ਵੀ ਸਿੱਖਦੀਆਂ ਸਨ। ਤੇ ਮੇਨ ਜਿਹੜੀ ਕੁਰੀਤੀ ਇਹਦੇ ਨਾਲ ਸੰਬੰਧਿਤ ਆ ਉਹ ਇਹ ਆ ਕਿ ਜਿਹੜੇ ਉਸ ਮੰਦਿਰ ਦੇ ਹੈਡ ਆ, ਜਿਨ੍ਹਾਂ ਕੋਲ ਪਾਵਰ ਆ, ਉਹ ਇਹਨਾਂ ਲੜਕੀਆਂ ਦਾ ਆਪਣੇ ਭੋਗ ਲਈ ਵੀ ਯੂਜ਼ ਕਰਦੇ ਸੀ। ਹੁਣ ਰੱਬ ਨੇ ਤਾਂ ਭੋਗ ਕਰਨਾ, ਮਤਲਬ ਰੱਬ ਨੇ ਤਾਂ ਇਹਨਾਂ ਨੂੰ ਕੀ ਉਹ ਕਰਨਾ, ਇਹਨਾਂ ਦੇ ਸੇਵਾ ਦਾ ਫਲ, ਉਹ ਅਲੱਗ ਗੱਲ ਆ ਜੀ। ਮੇਨ ਗੱਲ ਆ ਕਿ ਇਹਨਾਂ ਦਾ ਯੂਜ਼ ਵੀ ਹੋ ਜਾਂਦਾ ਸੀ। ਐਨੀਹੋ, ਇਹ ਤੁਸੀਂ ਅਲੱਗ ਤੋਂ ਪੜ੍ਹਿਓ। ਮੇਨ ਗੱਲ ਆ ਦੇਵਦਾਸੀ ਪ੍ਰਣਾਲੀ, ਇਸ ਦਾ ਵੀ ਉਦੈ ਹੋਇਆ। ਚੋਲ ਕਾਲ ਦੌਰਾਨ ਸ਼ੈਵ ਅਤੇ ਵੈਸ਼ਨਵਵਾਦ ਦੋਵੇਂ ਹੀ ਵੱਧਦੇ ਫੁੱਲਦੇ ਰਹੇ। ਸ਼ਿਵ ਨੂੰ ਪੂਜਣ ਵਾਲੇ ਸ਼ਿਵਾਇਟ ਜਾਂ ਸ਼ੈਵ, ਵਿਸ਼ਨੂੰ ਨੂੰ ਪੂਜਣ ਵਾਲੇ ਵੈਸ਼ਨਵਾਈਟ ਜਾਂ ਵੈਸ਼ਨਵਵਾਦ, ਇਹ ਵੀ ਵੱਧਦੇ ਫੁੱਲਦੇ ਰਹੇ। ਇਹਨਾਂ ਦਾ ਵੀ ਕੀ ਆ, ਵਿਕਾਸ ਹੁੰਦਾ ਰਿਹਾ। ਚੋਲ ਰਾਜਿਆਂ ਅਤੇ ਰਾਣੀਆਂ ਦੀ ਸਰਪ੍ਰਸਤੀ ਨਾਲ ਬਹੁਤ ਸਾਰੇ ਮੰਦਰ ਬਣਾਏ ਗਏ ਸਨ।
ਮੰਦਰ ਬਣੇ। ਇਹਦੇ ਬਾਰੇ ਅਸੀਂ ਪਹਿਲਾਂ ਵੀ ਗੱਲਾਂ ਕੀਤੀਆਂ। ਕਈ ਮੰਦਰ ਰਾਜਿਆਂ ਨੇ ਬਣਾਏ ਤਾਂ ਕਈ ਉਹਨਾਂ ਦੀ ਰਾਣੀਆਂ ਨੇ ਵੀ ਬਣਵਾਏ। ਇਸ ਸਮੇਂ ਦੌਰਾਨ ਮੰਦਰ ਆਰਥਿਕ ਗਤੀਵਿਧੀਆਂ ਦੇ ਕੇਂਦਰ ਬਣੇ ਰਹੇ। ਇਹ ਇੰਪੋਰਟੈਂਟ ਪੁਆਇੰਟ ਹੈ ਜੀ। ਮੰਦਰ ਜਿਹੜੀ ਇਕਨੋਮਿਕ ਐਕਟੀਵਿਟੀ ਦਾ ਸੈਂਟਰ ਹੁੰਦਾ ਸੀ ਜੀ। ਜਿਸ ਤਰ੍ਹਾਂ ਕੋਈ ਮੰਦਰ ਆ, ਹੁਣ ਮੰਦਰ ਬਣਾਉਣ ਲਈ ਕਿੰਨੇ ਕਾਰੀਗਰ ਚਾਹੀਦੇ ਆ, ਮਟੀਰੀਅਲ ਚਾਹੀਦਾ, ਪੱਥਰ ਚਾਹੀਦੇ ਆ। ਕੰਸਟਰਕਸ਼ਨ ਐਕਟੀਵਿਟੀ ਆਪਣੇ ਆਪ ਵਿੱਚ ਆਰਥਿਕ ਗਤੀਵਿਧੀ ਹੋ ਗਈ। ਅਤੇ ਜਦੋਂ ਮੰਦਰ ਬਣ ਗਏ ਤਾਂ ਫਿਰ ਤੁਹਾਨੂੰ ਪਤਾ ਕਿ ਉਹਦੇ ਲਾਗੇ ਦੁਕਾਨਾਂ ਬਣ ਜਾਂਦੀਆਂ ਆ, ਹੈ ਨਾ। ਫੁੱਲਾਂ ਦੀਆਂ ਦੁਕਾਨਾਂ, ਹੋਰ ਕਾਰੀਗਰਾਂ ਦੀਆਂ ਦੁਕਾਨਾਂ, ਉਹ ਮੂਰਤੀਆਂ ਬਣਾਉਂਦੇ ਆ, ਜਾਂ ਹੋਰ ਸੰਗਤ ਜਾਂਦੀ ਆ ਮੰਦਰ ਮੱਥਾ ਟੇਕਣ, ਤਾਂ ਉਹ ਵੀ ਕਈ ਤਰ੍ਹਾਂ ਦੀ ਖਰੀਦਦਾਰੀ ਕਰਦੀ ਆ। ਤਾਂ ਇਹ ਸਾਰੀਆਂ ਗੱਲਾਂ ਕਰਕੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਮੰਦਰ, ਇਕਨੋਮਿਕ ਐਕਟੀਵਿਟੀ ਦਾ ਸੈਂਟਰ ਸੀ। ਇਸ ਸਮੇਂ ਦੌਰਾਨ ਮੱਠਾਂ ਦਾ ਵੀ ਬਹੁਤ ਪ੍ਰਭਾਵ ਸੀ। ਮੱਠ ਮਤਲਬ ਮੋਨੈਸਟਰੀ, ਬੁੱਧ ਮੋਨੈਸਟਰੀ। ਖੇਤੀ ਅਤੇ ਉਦਯੋਗ ਦੋਵੇਂ ਵਧੇ ਫੁੱਲੇ। ਐਗਰੀਕਲਚਰ ਐਂਡ ਇੰਡਸਟਰੀ ਉਹ ਵੀ ਵਧੀ। ਇਹ ਸਾਰਾ ਕੀ ਹੈ ਜੀ? ਇਹ ਆਰਥਿਕਤਾ ਦੇ ਅਲੱਗ-ਅਲੱਗ ਪੈਮਾਨੇ ਆ। ਇੰਡਸਟਰੀ ਵਧੀ, ਆਪਣਾ ਖੇਤੀਬਾੜੀ ਵਧਿਆ, ਤੇ ਐਗਰੀਕਲਚਰ ਵਧਿਆ, ਤੇ ਆਪਣੇ ਮੰਦਰਾਂ ਦੇ ਦੁਆਲੇ ਆਰਥਿਕ ਗਤੀਵਿਧੀਆਂ ਵਧੀਆਂ। ਇਹ ਸਾਰੀਆਂ ਗੱਲਾਂ ਕੀ ਆ? ਆਰਥਿਕ ਨਾਲ ਸੰਬੰਧਿਤ। ਇਹਨਾਂ ਨੇ ਕਾਫੀ ਵੱਡੇ ਏਰੀਏ 'ਤੇ ਕਬਜ਼ਾ ਕਰ ਲਿਆ ਸੀ, ਤਾਂ ਫਿਰ ਜੰਗਲ ਨੂੰ ਕੱਟ ਕੇ ਜ਼ਮੀਨ ਪੱਧਰੀ ਕੀਤੀ, ਸਾਫ਼ ਕੀਤੀ। ਉੱਥੇ ਵੀ ਐਗਰੀਕਲਚਰ ਹੋਣ ਲੱਗ ਪਈ, ਖੇਤੀਬਾੜੀ ਹੋਣ ਲੱਗ ਗਈ। ਫਿਰ ਇਹਨਾਂ ਨੇ ਆਪ ਵੀ ਕਈ ਤਲਾਬ ਬਣਾਏ, ਸਿੰਚਾਈ ਟੈਂਕਾਂ ਦੀ ਉਸਾਰੀ ਕੀਤੀ। ਇਸ ਦੇ ਨਾਲ ਕੀ ਹੋਈ? ਖੇਤੀਬਾੜੀ ਹੋਰ ਵਧੀ। ਜੰਗਲੀ ਜ਼ਮੀਨਾਂ ਦੀ ਮੁੜ ਪ੍ਰਾਪਤੀ ਅਤੇ ਸਿੰਚਾਈ ਟੈਂਕਾਂ ਦੀ ਉਸਾਰੀ ਅਤੇ ਸਾਂਭ ਸੰਭਾਲ ਨੇ ਜਿਹੜੇ ਪਹਿਲਾਂ ਦੇ ਵੀ ਟੈਂਕ ਬਣੇ ਸੀ, ਤਲਾਬ ਬਣੇ ਸੀ, ਉਹਨਾਂ ਨੂੰ ਵੀ ਠੀਕ ਕੀਤਾ ਗਿਆ, ਨਵੇਂ ਬਣਾਏ ਗਏ। ਇਹ ਸਭ ਨੇ ਕੀ ਕੀਤਾ? ਖੇਤੀਬਾੜੀ ਨੂੰ ਹੋਰ ਖੁਸ਼ਹਾਲ ਕੀਤਾ। ਇਸ ਦੇ ਨਾਲ ਨਾਲ ਬੁਣਾਈ ਉਦਯੋਗ, ਕੱਪੜੇ ਵਗੈਰਾ ਬੁਣਨਾ, ਖਾਸ ਕਰਕੇ ਕਾਂਚੀ ਵਿਖੇ ਰੇਸ਼ਮ ਦੀ ਬੁਣਾਈ, ਕਾਂਚੀਪੁਰਮ ਦੀ ਸਾੜੀਆਂ, ਰੇਸ਼ਮ ਦੀਆਂ ਸਾੜੀਆਂ ਬੜੀਆਂ ਫੇਮਸ, ਤੇ ਕਾਂਚੀ ਵਿਖੇ ਰੇਸ਼ਮ ਦੀ ਬੁਣਾਈ ਹੋਰ ਵਧੀ। ਇਕਨੋਮਿਕ ਐਕਟੀਵਿਟੀ ਵੱਧ ਗਈ। ਮੰਦਰਾਂ ਅਤੇ ਭਾਂਡਿਆਂ ਤੇ ਚਿੱਤਰਾਂ ਦੀ ਬਹੁਤ ਮੰਗ ਦੇ ਕਾਰਨ ਡਿਮਾਂਡ ਹੋ ਗਈ ਨਾ, ਕਿ ਭਾਂਡਿਆਂ ਤੇ ਮੂਰਤੀਆਂ ਦੀਆਂ ਫੋਟੋਆਂ ਬਣਾਓ, ਮੈਟਲ ਦੀਆਂ, ਮੰਦਰਾਂ ਤੇ ਮੂਰਤੀਆਂ ਬਣਾਓ। ਇਸ ਹਿਸਾਬ ਨਾਲ ਕੀ ਆ? ਧਾਤ ਦੇ ਕੰਮ ਵੀ ਵਿਕਸਿਤ ਹੋਏ। ਵੱਡੀਆਂ ਵੱਡੀਆਂ ਸੜਕਾਂ ਬਣ ਗਈਆਂ। ਟਰੰਕ ਰੋਡ ਭਾਵ ਲੰਬੀਆਂ ਸੜਕਾਂ ਇਹ ਬਣ ਗਈਆਂ। ਇਸ ਦੇ ਕਾਰਨ ਕੀ ਹੋ ਗਿਆ? ਆਵਾਜਾਈ ਆਸਾਨ ਹੋ ਗਈ। ਇਹ ਲੰਬੀਆਂ ਸੜਕਾਂ ਨੂੰ ਪੇਰੂਬਾਜੀ ਵੀ ਕਹਿੰਦੇ ਸਨ। ਪੇਰੂਬਾਜੀ। ਇਹਨਾਂ ਦੇ ਕਾਰਨ ਅਤੇ ਵਪਾਰੀ ਗਿਲਡਾਂ, ਜਿਹੜੇ ਵਪਾਰੀ ਸੀ, ਉਹਨਾਂ ਦੇ ਆਪਣੇ ਗਰੁੱਪ ਸੀ। ਗਿਲਡ ਮਤਲਬ ਗਰੁੱਪ, ਸੰਗਠਿਤ ਗਰੁੱਪ। ਵਪਾਰੀ ਗਿਲਡਾਂ ਨਾਲ ਵਪਾਰ ਅਤੇ ਕਮਰਸ ਵਿੱਚ ਵੀ ਤੇਜ਼ੀ ਆਈ, ਟ੍ਰੇਡ ਵੀ ਵਧਿਆ। ਵਪਾਰੀ ਗਿਲਡ ਸਮਝਦੇ ਜੀ, ਵਪਾਰੀਆਂ ਦੇ ਆਪਣੇ ਗਰੁੱਪ ਹੁੰਦੇ ਸੀਗੇ, ਤੇ ਇਹਦਾ ਮਤਲਬ ਕੰਮ ਹੋਰ ਵਧੀਆ ਹੋਇਆ ਵਪਾਰੀਆਂ ਦਾ। ਅੱਗੇ ਦੇਖਦੇ ਹਾਂ ਜੀ। ਸੋਨੇ, ਚਾਂਦੀ ਅਤੇ ਤਾਂਬੀ ਦੇ ਸਿੱਕੇ ਬਹੁਤ ਸਾਰੇ ਮੁੱਲਾਂ ਵਿੱਚ ਜਾਰੀ ਕੀਤੇ ਗਏ ਸਨ। ਮੁੱਲਾਂ ਮਤਲਬ ਡਿਨੋਮੀਨੇਸ਼ਨ। ਸੋਨੇ, ਚਾਂਦੀ, ਤਾਂਬੇ ਦੇ ਸਿੱਕੇ, ਜਿਸ ਤਰ੍ਹਾਂ 1 ਰੁਪਏ ਦਾ, 2 ਰੁਪਏ ਦਾ, 5 ਰੁਪਏ ਦਾ, 10 ਰੁਪਏ ਦਾ, ਇਸ ਤਰ੍ਹਾਂ ਦੇ ਸਿੱਕੇ ਜਾਰੀ ਕੀਤੇ ਗਏ ਸੀ। ਚੋਲਾ ਸਾਮਰਾਜ ਅਤੇ ਚੀਨ, ਸੁਮਾਤਰਾ ਅਤੇ ਜਾਵਾ ਸੁਮਾਤਰਾ ਕਿਹੜਾ ਜੀ? ਇਹ ਤੁਹਾਡੇ ਇੰਡੋਨੇਸ਼ੀਆ ਦੇ ਆਈਲੈਂਡ ਆ, ਜਾਵਾ ਸੁਮਾਤਰਾ। ਉਹਨਾਂ ਦੇਸ਼ਾਂ ਨਾਲ ਅਤੇ ਅਰਬ ਦੇਸ਼ਾਂ ਦੇ ਵਿਚਕਾਰ ਵਪਾਰਕ ਸੰਪਰਕ ਵਿਆਪਕ ਤੌਰ 'ਤੇ ਪ੍ਰਚਲਿਤ ਸਨ। ਬੜੇ ਐਕਸਟੈਂਸਿਵ ਸੀ, ਮਤਲਬ ਛੋਟੇ ਮੋਟੇ ਨਹੀਂ, ਮਾੜੇ ਮੋਟੇ ਨਹੀਂ, ਕਾਫੀ ਜ਼ਿਆਦਾ। ਆਹ ਦੇਸ਼ਾਂ ਨਾਲ ਵਪਾਰਿਕ ਸੰਬੰਧ ਵੀ ਸਨ। ਘੋੜਸਵਾਰ ਨੂੰ ਮਜ਼ਬੂਤ ਕਰਨ ਲਈ ਅਰਬੀ ਘੋੜੇ ਵੱਡੀ ਗਿਣਤੀ ਵਿੱਚ ਮੰਗਵਾਏ ਗਏ ਸਨ। ਉੱਥੋਂ ਅਸੀਂ ਘੋੜੇ ਮੰਗਵਾਉਂਦੇ ਸੀ, ਅਰਬ ਵਰਲਡ ਤੋਂ। ਇਹ ਵੀ ਤੁਸੀਂ ਯਾਦ ਰੱਖਿਓ ਕਿ ਸਾਡੇ ਇੱਥੇ ਭਾਰਤ ਵਿੱਚ ਘੋੜੇ ਨਹੀਂ ਸੀ। ਪਹਿਲਾਂ ਘੋੜੇ ਨਹੀਂ ਪਾਏ ਗਏ। ਫਿਰ ਤੁਹਾਡੇ ਜਿਹੜੇ ਆਰੀਅਨ ਲੋਕ ਆਏ, ਉਹ ਘੋੜੇ ਲੈ ਕੇ ਆਏ। ਉਸ ਤੋਂ ਬਾਅਦ ਅਸੀਂ ਮੋਸਟਲੀ ਘੋੜੇ ਬਾਹਰੋਂ ਹੀ ਮੰਗਵਾਉਂਦੇ ਰਹੇ ਜ਼ਿਆਦਾਤਰ। ਅੱਗੇ ਗੱਲ ਕਰਦੇ ਹਾਂ ਜੀ ਸਿੱਖਿਆ ਅਤੇ ਸਾਹਿਤ ਦੀ, ਐਜੂਕੇਸ਼ਨ ਐਂਡ ਲਿਟਰੇਚਰ ਦੀ। ਸਿੱਖਿਆ ਨੂੰ ਵੀ ਮਹੱਤਵ ਦਿੱਤਾ ਗਿਆ ਸੀ। ਵਿੱਦਿਅਕ ਕੇਂਦਰਾਂ ਵਜੋਂ ਮੰਦਰਾਂ ਅਤੇ ਮੱਠਾਂ ਤੋਂ ਇਲਾਵਾ ਜਿਹੜੇ ਧਾਰਮਿਕ ਸਥਾਨ ਸੀ, ਬੋਧੀਆਂ ਦੇ ਮੋਨੈਸਟਰੀ, ਮੱਠ ਅਤੇ ਹਿੰਦੂਆਂ ਦੇ ਮੰਦਰ, ਉੱਥੋਂ ਵੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ। ਪਰ ਇਹਨਾਂ ਤੋਂ ਇਲਾਵਾ ਕਈ ਵਿੱਦਿਅਕ ਸੰਸਥਾਵਾਂ, ਜਿਨ੍ਹਾਂ ਨੂੰ ਅਸੀਂ ਕਾਲਜ ਕਹਿ ਸਕਦੇ ਹਾਂ, ਵਿੱਦਿਅਕ ਸੰਸਥਾਵਾਂ ਵੀ ਪ੍ਰਫੁੱਲਿਤ ਹੋਈਆਂ। ਠੀਕ ਹੈ ਜੀ। ਇਹਨਾਂ ਸੰਸਥਾਵਾਂ ਵਿੱਚ ਵੇਦਾਂ ਅਤੇ ਮਹਾਂਕਾਵਿਆਂ ਤੋਂ ਇਲਾਵਾ ਗਣਿਤ ਅਤੇ ਦਵਾਈ ਮਤਲਬ ਮੈਡੀਸਿਨ,
ਵਰਗੇ ਵਿਸ਼ੇ ਪੜ੍ਹਾਏ ਜਾਂਦੇ ਸਨ। ਆਹ ਸਬਜੈਕਟ ਪੜ੍ਹਾਏ ਜਾਂਦੇ ਸੀ। ਇਹਨਾਂ ਅਦਾਰਿਆਂ ਨੂੰ ਚਲਾਉਣ ਲਈ ਇਹਨਾਂ ਨੂੰ ਜ਼ਮੀਨਾਂ ਲਾਈਆਂ ਗਈਆਂ ਸਨ ਵੀ ਇੰਨੇ ਏਰੀਏ ਦੀ ਜ਼ਮੀਨ ਜਿਹੜੀ ਆ ਉਹ ਇੱਕ ਕਾਲਜ ਨੂੰ ਲਾਤੀ, ਤਾਂ ਕਿ ਉੱਥੋਂ ਜਿੰਨਾ ਮਾਲਿਆ ਆਇਆ, ਰੈਵਨਿਊ ਆਇਆ, ਉਹਦਾ ਕੀ ਕਰਨਾ ਸੀ, ਉਨੀ ਜ਼ਮੀਨ ਤੋਂ ਜਿੰਨਾ ਪ੍ਰੋਫਿਟ ਆਇਆ, ਜਿੰਨਾ ਰੈਵਨਿਊ ਆਇਆ, ਮਾਲਿਆ ਆਇਆ, ਉਹ ਪੈਸਾ ਯੂਜ਼ ਕੀਤਾ ਜਾਂਦਾ ਸੀ ਕਿਹਦੇ ਲਈ, ਇਹਨਾਂ ਸਿੱਖਿਅਕ ਅਦਾਰਿਆਂ ਨੂੰ ਚਲਾਉਣ ਲਈ। ਚੋਲ ਕਾਲ ਦੌਰਾਨ ਤਮਿਲ ਸਾਹਿਤ ਦਾ ਵਿਕਾਸ ਸਿਖਰ ਤੇ ਪਹੁੰਚ ਗਿਆ ਸੀ। ਸਾਹਿਤ ਨੇ ਵੀ ਕਾਫੀ ਤਰੱਕੀ ਕਰ ਲਈ ਸੀ। ਹੁਣ ਸਾਹਿਤ ਦੀਆਂ ਕਈ ਰਚਨਾਵਾਂ ਹੈ ਜੀ ਇੱਥੇ ਡਿਸਕਸ ਕੀਤੀਆਂ ਕਿਤਾਬਾਂ ਵਿੱਚ, ਮੈਂ ਬਹੁਤੀਆਂ ਨਹੀਂ ਚੱਕੀਆਂ, ਮੇਨ ਕੰਮ ਵਾਲੀਆਂ ਚੱਕ ਲਈਆਂ। ਕਾਮਬਾਣ ਦੁਆਰਾ ਰਚਿਤ ਰਾਮਾਇਣ, ਤਮਿਲ ਵਿੱਚ ਰਾਮਾਇਣ ਕਿਹਨੇ ਲਿਖੀ, ਕਾਮਬਾਣ ਨੇ। ਅਤੇ ਸੈਕਿਲਰ ਵੀ ਇੱਕ ਹੋਇਆ ਜੀ ਇਹਨਾਂ ਦਾ ਲੇਖਕ, ਉਸ ਦੁਆਰਾ ਪੇਰੀਆ ਪੁਰਾਣਮ ਜਾਂ ਸਿੰਪਲ ਕਹਿ ਦਈਏ ਪੇਰੀਆ ਪੁਰਾਣ ਅਤੇ ਤਿਰੂਤੋਂਦਰ ਪੁਰਨਮ ਜਾਂ ਤਿਰੂਤੋਂਦਰ ਪੁਰਨ ਇਸ ਯੁੱਗ ਦੀਆਂ ਦੋ ਪ੍ਰਮੁੱਖ ਰਚਨਾਵਾਂ ਹਨ। ਪੁੱਛਿਆ ਜਾ ਸਕਦਾ ਪੇਰੀਆ ਪੁਰਾਣ ਜਾਂ ਤਿਰੂਤੋਂਦਰ ਪੁਰਨ ਇਹ ਕਿਸ ਨੇ ਲਿਖਿਆ, ਸੈਕਿਲਰ ਨੇ। ਤਮਿਲ ਵਿੱਚ ਰਾਮਾਇਣ ਕਿਸ ਨੇ ਲਿਖੀ, ਕਾਮਬਾਣ ਨੇ। ਠੀਕ ਹੈ ਜੀ। ਅੱਗੇ ਪੜ੍ਹਦੇ ਜੀ ਕਲਾ ਅਤੇ ਆਰਕੀਟੈਕਚਰ। ਕਲਾ, ਆਰਟ ਐਂਡ ਆਰਕੀਟੈਕਚਰ। ਆਰਕੀਟੈਕਚਰ ਮੀਨ ਭਵਨ ਨਿਰਮਾਣ ਕਲਾ। ਕਲਾ ਅਤੇ ਆਰਕੀਟੈਕਚਰ ਦੀ ਦਰਾਵਿੜ ਸ਼ੈਲੀ ਚੋਲਾਂ ਦੇ ਅਧੀਨ ਆਪਣੀ ਸੰਪੂਰਨਤਾ ਤੇ ਪਹੁੰਚ ਗਈ ਸੀ। ਕਲਾ ਦਾ ਕਿਹੜੀ ਕੈਟਾਗਰੀ, ਕਲਾ ਦੀ ਦਰਾਵਿੜ ਸ਼ੈਲੀ। ਆਪਾਂ ਪੜ੍ਹਿਆ ਉੱਤਰ ਭਾਰਤ ਦੀ ਨਾਗਰਾ ਸ਼ੈਲੀ, ਦੱਖਣ ਭਾਰਤ ਦੀ ਦਰਾਵਿੜ ਸ਼ੈਲੀ। ਇਹ ਆਪਣੇ ਸਿਖਰ ਤੇ ਪਹੁੰਚ ਗਏ ਸੀ ਚੋਲਾਂ ਦੇ ਦੌਰਾਨ। ਕਿਉਂ? ਕਿਉਂਕਿ ਅਸੀਂ ਪੜ੍ਹਿਆ ਕਿ ਉਹਨਾਂ ਨੇ ਵੱਡੇ ਵੱਡੇ ਮੰਦਿਰ ਬਣਾਏ ਕਿਸ ਸਟਾਈਲ ਤੇ, ਦਰਾਵਿੜ ਸਟਾਈਲ ਤੇ। ਚੋਲ ਮੰਦਿਰ ਦੀ ਮੁੱਖ ਵਿਸ਼ੇਸ਼ਤਾ ਵਿਮਾਨ ਹੈ। ਵਿਮਾਨ ਜਿਹੜਾ ਮੇਨ ਭਗਵਾਨ ਦੀ ਮੂਰਤੀ ਹੁੰਦੀ ਜਿੱਥੇ, ਉਹਦੇ ਉੱਤੇ ਜਿਹੜਾ ਗੁੰਬਦ ਹੁੰਦਾ ਆ ਉਹਨੂੰ ਕਹਿੰਦੇ ਸ਼ਿਖਰ। ਪਰ ਸਾਊਥ ਇੰਡੀਆ ਵਿੱਚ ਇਹ ਸ਼ਿਖਰ ਬਹੁਤ ਵੱਡਾ ਹੁੰਦਾ ਸੀ ਤਾਂ ਇਹਨੂੰ ਵਿਮਾਨ ਕਹਿ ਦਿੰਦੇ ਸੀ। ਆਹ ਵਾਲੀ ਚੀਜ਼ ਜੀ, ਇਹ ਬਹੁਤ ਉੱਚਾ ਸੀ ਵਿਮਾਨ। ਆਹ ਦੇਖੋ ਆਹ ਲੋਕ ਖੜੇ ਆ, ਕਿੰਨੇ ਛੋਟੇ ਲੱਗਦੇ ਆ। ਇਹ ਮੰਦਿਰ ਬਹੁਤ ਉੱਚੇ ਹੁੰਦੇ ਸੀ। ਆਹ ਵਿਮਾਨ ਇਹਨਾਂ ਦਾ ਬਹੁਤ ਉੱਚਾ ਹੁੰਦਾ ਸੀ। ਹੋਰ ਦੇਖੋ ਤੁਸੀਂ ਧਿਆਨ ਨਾਲ, ਸਾਡੇ ਇੱਧਰ ਆਹ ਜਿਹੜਾ ਇਹਦਾ ਸਰਫੇਸ ਆ ਪਲੇਨ ਹੁੰਦਾ ਆ ਉੱਤਰ ਭਾਰਤ ਵਿੱਚ, ਪਰ ਇੱਥੇ ਕੀ ਆ, ਸਟੈਪ ਬਾਈ ਸਟੈਪ ਪੌੜੀਆਂ ਚੜ੍ਹਦੀਆਂ ਉੱਤੇ ਨੂੰ, ਤੇ ਹਰੇਕ ਲੈਵਲ ਤੇ ਨਕਾਸ਼ੀ ਕੀਤੀ ਹੁੰਦੀ ਆ। ਸਾਡੇ ਕੀ ਆ, ਉੱਤਰ ਭਾਰਤ ਵਿੱਚ ਪਲੇਨ ਹੁੰਦੇ ਆ। ਠੀਕ, ਬਾਕੀ ਅਸੀਂ ਗੱਲਾਂ ਪੜ੍ਹ ਚੁੱਕੇ ਹਾਂ ਵੀ ਕਿਸ ਤਰ੍ਹਾਂ ਇੱਥੇ ਚਾਰ ਦੀਵਾਰੀ ਵੀ ਹੁੰਦੀ ਆ, ਪਰ ਉੱਤਰ ਭਾਰਤ ਵਿੱਚ ਚਾਰ ਦੀਵਾਰੀ ਨਹੀਂ ਹੁੰਦੀ। ਐਂਟਰੈਂਸ ਗੇਟਵੇ ਜਿਹਨੂੰ ਗੋਪੂਰਾਮ ਕਹਿੰਦੇ ਆ, ਉਹ ਵੀ ਵੱਡੇ ਵੱਡੇ ਸੀ। ਇੱਥੇ ਦਵਾਰਪਾਲਕਾ, ਮੰਦਿਰ ਦੇ ਅੱਗੇ ਅਰਧ ਮੰਡਪ ਮੰਡਪ ਤੇ ਇਸ ਤਰ੍ਹਾਂ ਹਾਲ ਹੁੰਦੇ ਸੀ, ਪਿੱਲਰਾਂ ਵਾਲੇ ਹਾਲ। ਪੜ੍ਹ ਲੈਣੇ ਥੋੜਾ ਜਿਹਾ। ਰਾਜਾ ਬੰਦ ਦੁਆਰਾ ਬਣਾਇਆ ਤੰਜੌਰ ਦਾ ਵੱਡਾ ਮੰਦਿਰ ਦੱਖਣੀ ਭਾਰਤੀ ਕਲਾ ਅਤੇ ਆਰਕੀਟੈਕਚਰ ਦਾ ਇੱਕ ਮਹਾਨ ਨਮੂਨਾ ਹੈ। ਤੰਜੌਰ ਦਾ ਮੰਦਿਰ, ਬ੍ਰਿਹਦੀਸ਼ਵਰਾ ਮੰਦਿਰ ਕਿਹਨੇ ਬਣਾਇਆ ਸੀ, ਰਾਜਾ ਬੰਦ ਨੇ। ਇਹ ਬਹੁਤ ਮਹਾਨ ਨਮੂਨਾ ਹੈ ਜੀ। ਇਸ ਵਿੱਚ ਵਿਮਾਨ, ਅਰਧ ਮੰਡਪ, ਵਿਮਾਨ ਅਸੀਂ ਪੜ੍ਹ ਲਿਆ ਜਿਹੜਾ ਗੁੰਬਦ ਹੁੰਦਾ ਇਹਨਾਂ ਦਾ ਮੰਦਿਰਾਂ ਦਾ, ਅਰਧ ਮੰਡਪ ਛੋਟਾ ਮੰਡਪ, ਮਹਾਮੰਡਪ ਵੱਡਾ ਮੰਡਪ ਅਤੇ ਸਾਹਮਣੇ ਵਾਲਾ ਇੱਕ ਵੱਡਾ ਮੰਡਪ ਹੈ ਜਿਸ ਨੂੰ ਨੰਦੀ ਮੰਡਪ ਕਿਹਾ ਜਾਂਦਾ ਹੈ। ਉੱਥੇ ਨੰਦੀ ਦੀ ਮੂਰਤੀ ਹੋਏਗੀ ਜੀ, ਭਗਵਾਨ ਸ਼ਿਵ ਦਾ ਬੈਲ ਨੰਦੀ। ਤੁਸੀਂ ਦੇਖਿਓ ਉੱਤਰ ਭਾਰਤ ਵਿੱਚ ਵੀ ਸ਼ਿਵ ਜੀ ਦੇ ਮੰਦਿਰ ਦੇ ਸਾਹਮਣੇ ਬਾਹਰ ਨੰਦੀ ਦੀ ਛੋਟੀ ਮੂਰਤੀ ਹੁੰਦੀ ਆ। ਦੇਖੋ ਜੀ, ਇੱਕ ਤਾਂ ਬਣਾਇਆ ਸੀ ਰਾਜਾ ਬੰਦ ਨੇ ਬ੍ਰਿਹਦੀਸ਼ਵਰਾ ਟੈਂਪਲ ਤੰਜੌਰ ਵਿਖੇ। ਇੱਕ ਉਹਦੇ ਮੁੰਡੇ ਨੇ ਬਣਾਇਆ ਸੀ ਗੰਗਾਈ ਕੋਂਡਾ ਚੋਲਾਪੁਰਮ ਵਿਖੇ। ਇਹ ਵੀ ਬਹੁਤ ਵੱਡਾ ਮੰਦਿਰ ਸੀ। ਕੀ ਨਾਂ ਸੀ ਮੁੰਡੇ ਦਾ, ਰਾਜੇਂਦਰ ਬੰਦ। ਠੀਕ, ਚੋਲਾਂ ਦੁਆਰਾ ਮੰਦਿਰ ਆਰਕੀਟੈਕਚਰ ਵਿੱਚ ਦਿੱਤਾ ਗਿਆ ਇੱਕ ਹੋਰ ਮਹੱਤਵਪੂਰਨ ਯੋਗਦਾਨ ਰਾਜੇਂਦਰ ਬੰਦ ਦੁਆਰਾ ਗੰਗਾਈ ਕੋਂਡਾ ਚੋਲਾਪੁਰਮ ਵਿਖੇ ਬਣਾਇਆ ਗਿਆ ਸ਼ਿਵ ਮੰਦਿਰ ਹੈ। ਇਹ ਦੋਨੋਂ ਮੰਦਿਰ ਸ਼ਿਵ ਮੰਦਿਰ ਸੀ, ਕਿਉਂਕਿ ਜਿਹੜੇ ਚੋਲ ਸੀ ਨਾ ਉਹ ਸ਼ਿਵ ਜੀ ਦੇ ਭਗਤ ਸੀ, ਸ਼ਿਵ ਜੀ ਦੇ ਪੁਜਾਰੀ ਸੀ। ਤੰਜੌਰ ਜ਼ਿਲ੍ਹੇ ਦੇ ਦਰਾਸੁਰਾਮ ਵਿਖੇ ਐਰਾਵਤੇਸ਼ਵਰ ਮੰਦਿਰ ਵੀ ਪ੍ਰਮੁੱਖ ਮੰਦਿਰ ਹੈ। ਇਹ ਪ੍ਰਸ਼ਨ ਆ ਸਕਦਾ, ਐਰਾਵਤੇਸ਼ਵਰ ਮੰਦਿਰ ਕਿੱਥੇ ਆ ਜੀ, ਦਰਾਸੁਰਮ, ਉਹ ਵੀ ਤੰਜੌਰ ਦੇ ਲਾਗੇ ਹੀ ਆ, ਚੋਲਾਂ ਨੇ ਹੀ ਬਣਾਇਆ ਸੀ। ਠੀਕ ਹੈ ਜੀ। ਹੁਣ ਚੋਲਾਂ ਕਲਾ ਦੀ ਇੱਕ ਹੋਰ ਵੱਡੀ ਬੇਮਿਸਾਲ ਯੋਗਦਾਨ ਆ ਜੀ ਇਹਨਾਂ ਦਾ, ਕਿ ਇਹ ਮੂਰਤੀ ਕਲਾ ਵਿੱਚ ਬੜੇ ਸੀਗੇ ਵਧੀਆ। ਇਹਨਾਂ ਨੇ ਮੂਰਤੀਆਂ ਬਹੁਤ ਸੋਹਣੀਆਂ ਬਣਾਈਆਂ, ਖਾਸ ਤੌਰ ਤੇ ਤਾਂਬੇ ਦੀਆਂ।
सॉरी तांबे ਦੀਆਂ ਨਹੀਂ ਕਾਂਸੇ ਦੀਆਂ, ਬ੍ਰੌਂਜ ਦੀਆਂ। ਤਾਂਬਾ ਹੋ ਗਿਆ ਕਾਪਰ, ਬ੍ਰੌਂਜ ਹੋ ਗਿਆ ਕਾਂਸਾ। ਚੋਲਾਂ ਨੇ ਮੂਰਤੀ ਕਲਾ ਵਿੱਚ ਵੀ ਬਹੁਤ ਯੋਗਦਾਨ ਪਾਇਆ। ਮੰਦਰਾਂ ਦੀਆਂ ਕੰਧਾਂ ਖਾਸਕਰ ਤੰਜਾਵੁਰ ਅਤੇ ਗੰਗਾਈ ਕੋਂਡਾ ਚੋਲਾਪੁਰਮ ਤੇ ਕਈ ਵੱਡੇ ਵੱਡੇ ਆਕਾਰ ਉਕਰੇ ਹਨ। ਕਈ ਵੱਡੀਆਂ ਵੱਡੀਆਂ ਮੂਰਤੀਆਂ ਹੈ ਇੱਥੇ, ਠੀਕ, ਜਿਨ੍ਹਾਂ ਦੀ ਬਾਰੀਕੀ ਨਾਲ ਤਰਾਸ਼ੀ ਕੀਤੀ ਗਈ ਹੈ। ਤਰਾਸ਼ੀ ਮੀਨ ਉਹਨਾਂ ਦੀ ਸ਼ੇਪ ਬੜੀ ਬਰੀਕੀ ਨਾਲ ਬਣਾਈ ਗਈ ਆ ਹਨ ਮੂਰਤੀਆਂ ਦੀ। ਜੇ ਕਿਸੇ ਇਨਸਾਨ ਦੀ ਮੂਰਤੀ ਆ ਜਾਂ ਕਿਸੇ ਜਾਨਵਰ ਦੀ ਆ ਤੇ ਬਰੀਕੀ ਨਾਲ, ਜੇ ਮੰਨ ਲਓ ਹਾਥੀ ਦੀ ਮੂਰਤੀ ਆ ਤਾਂ ਸੁੰਡ ਬੜੀ ਬਰੀਕੀ ਨਾਲ ਬਣਾਈ ਗਈ। ਐਵੇਂ ਨਹੀਂ ਕਿ ਉੱਦਾਂ ਹੀ ਹਾਂ ਥੋੜ੍ਹਾ ਜਿਹਾ ਬਣਾਤਾ ਤੇ ਕੰਮ ਛੱਡਤਾ, ਨਹੀਂ, ਬਰੀਕੀ ਨਾਲ ਤਰਾਸ਼ੀ ਕੀਤੀ ਗਈ ਆ। ਚੋਲ ਕਾਲ ਦੀਆਂ ਕਾਂਸੀ ਦੀਆਂ ਮੂਰਤੀਆਂ ਵਿਸ਼ਵ ਪ੍ਰਸਿੱਧ ਹਨ। ਬ੍ਰੌਂਜ ਸਕਲਪਚਰਸ ਇਹਨਾਂ ਦੇ ਜਿਹੜੀਆਂ ਹੈ ਕਾਂਸੀ ਦੀਆਂ ਮੂਰਤੀਆਂ ਉਹ ਵਿਸ਼ਵ ਪ੍ਰਸਿੱਧ ਹਨ। ਨਟਰਾਜ ਜਾਂ ਨੱਚਦੇ ਸ਼ਿਵ ਦੀਆਂ ਕਾਂਸੀ ਦੀਆਂ ਮੂਰਤੀਆਂ ਮਾਸਟਰਪੀਸ ਹਨ। ਆਹ ਬੜੀਆਂ ਫੇਮਸ ਆ ਜੀ, ਮਾਸਟਰਪੀਸ ਆ। ਆਹ ਸ਼ਿਵ ਜੀ ਆ, ਇਹਨੂੰ ਕਹਿੰਦੇ ਜੀ ਨਟਰਾਜ। ਨਟਰਾਜ ਮਤਲਬ ਨੱਚਦੇ ਹੋਏ ਆ ਸ਼ਿਵ ਜੀ। ਇਹ ਮੂਰਤੀਆਂ ਬੜੀਆਂ ਫੇਮਸ ਆ ਇਹਨਾਂ ਦੀਆਂ, ਇਸ ਤਰ੍ਹਾਂ ਦੀਆਂ। ਇਹ ਮਾਸਟਰਪੀਸ ਆ ਜੀ ਇੱਥੋਂ ਦਾ, ਚੋਲਾਂ ਦਾ। ਨਰਥ ਮਲਾਈ ਅਤੇ ਤੰਜੋਰ ਮੰਦਰਾਂ ਦੀਆਂ ਕੰਧਾਂ ਤੇ ਚੋਲਾ ਚਿੱਤਰ ਵੀ ਪਾਏ ਗਏ ਹਨ। ਮੰਦਰਾਂ ਦੀਆਂ ਕੰਧਾਂ ਤੇ ਅੰਦਰ ਨਾ ਚਿੱਤਰ ਵੀ ਪਾਏ ਗਏ ਆ, ਪਿਕਚਰਸ ਵੀ ਪਾਈ ਗਈਆਂ, ਠੀਕ। ਇਹਨੂੰ ਤੁਸੀਂ ਨਾ ਬਾਰ-ਬਾਰ ਦੇਖ ਲੈਣਾ। ਦੇਖੋ ਚਿੱਤਰ ਪਾਏ ਗਏ ਆ, ਨਟਰਾਜ ਦੀ ਮੂਰਤੀ, ਠੀਕ, ਆਪਣੇ ਮੂਰਤੀ ਕਲਾ, ਬ੍ਰੌਂਜ ਸਟੈਚੂਸ, ਬ੍ਰੌਂਜ ਸਕਲਪਚਰਸ, ਕਾਂਸੀ ਦੀਆਂ ਮੂਰਤੀਆਂ ਇੰਪੋਰਟੈਂਟ ਹੋ ਗਿਆ। ਦੋ ਫੇਮਸ ਮੰਦਿਰ ਹੋ ਗਏ ਕਿਹੜੇ-ਕਿਹੜੇ, ਤੰਜਾਵੁਰ ਵਿਖੇ ਤੇ ਗੰਗਾਈ ਕੋਂਡਾ ਚੋਲਾਪੁਰਮ ਵਿਖੇ, ਤੇ ਦਰਾਸੁਰਮ ਵਿਖੇ ਐਰਾਵਤੇਸ਼ਵਰ ਮੰਦਿਰ ਹੋ ਗਿਆ ਜੀ। ਬਾਕੀ ਆਹ ਦੇਖੋ ਬ੍ਰਿਹਦੀਸ਼ਵਰਾ ਮੰਦਿਰ ਤੋਂ ਤੁਸੀਂ ਮੇਨ ਮੰਦਿਰ ਸਟਾਈਲ ਦੀ ਆਈਡੀਆ ਲੈ ਲੈਣਾ ਜੀ। ਵਿਮਾਨ ਵੱਡਾ ਆ, ਮੰਡਪ, ਅਰਧ ਮੰਡਪ ਹੈ ਨਾ, ਤੇ ਨੰਦੀ ਮੰਡਪ, ਗੋਪੂਰਾਮ, ਦਵਾਰਪਾਲਕਾ ਮੰਦਿਰ ਦੀ ਚਾਰ ਦੀਵਾਰੀ ਆ। ਤੇ ਇਹਦੇ ਉੱਤੇ ਆ ਪੱਥਰ ਬਹੁਤ ਵੱਡਾ ਆ, ਮੋਨੋਲਿਥਿਕ ਪੱਥਰ ਆ ਇਹ, ਇੱਕ ਹੀ ਚਟਾਨ ਦਾ ਪੱਥਰ ਆ ਇਹ। ਤੇ ਇਹਨੂੰ ਇੱਥੇ ਚੜਾਇਆ ਕਿੱਦਾਂ ਗਿਆ ਹੋਵੇਗਾ, ਪਿਛਲੇ ਕਲਾਸ ਵਿੱਚ ਮੈਂ ਗੱਲ ਕੀਤੀ ਸੀ ਵੀ ਔਖਾ ਕੰਮ ਸੀ। ਤਾਂ ਇੱਕ ਅੰਦਾਜ਼ਾ ਆ ਜੀ ਕਿ ਲਾਗੇ ਇੱਕ ਪਹਾੜ ਸੀ, ਪਹਾੜ 2-3 ਕਿਲੋਮੀਟਰ ਦੂਰ ਆ, ਉੱਥੋਂ ਪੁਲ ਬਣਾਇਆ ਗਿਆ ਹੋਊਗਾ ਤੇ ਮੰਦਿਰ ਨੂੰ ਰੇੜ ਕੇ, ਸੌਰੀ ਆ ਪੱਥਰ ਨੂੰ ਰੇੜ ਕੇ ਇਹ ਵਿਮਾਨ ਦੇ ਉੱਤੇ ਰੱਖਿਆ ਹੋਏਗਾ। ਇਹ ਗੱਲਾਂ ਤੇ ਦਰਾਵਿੜ ਸ਼ੈਲੀ ਦੇ ਮੰਦਿਰ ਆ। ਕਲਾ ਤੇ ਆਰਕੀਟੈਕਚਰ ਵਾਲਾ ਪ੍ਰਸ਼ਨ ਇੰਪੋਰਟੈਂਟ ਹੋ ਜਾਂਦਾ ਤੰਜਾਵੁਰ ਤੇ। ਤੇ ਇਸ ਮੰਦਿਰ ਦੇ ਉੱਤੇ ਪ੍ਰਸ਼ਨ ਆਇਆ ਵੀ ਹੋਇਆ ਆ ਬ੍ਰਿਹਦੀਸ਼ਵਰਾ ਉੱਤੇ, ਠੀਕ ਹੈ ਜੀ। ਤੇ ਇਹਨੂੰ ਤੁਸੀਂ ਬਾਰ-ਬਾਰ ਸਮਝ ਲੈਣਾ, ਦੇਖ ਲੈਣਾ, ਇਹਦੇ ਵਿੱਚੋਂ ਕਾਫੀ ਪ੍ਰਸ਼ਨ ਬਣਦੇ ਆ ਜੀ। ਇਸ ਦੇ ਨਾਲ ਹੀ ਚੋਲਾ ਵਾਲਾ ਚੈਪਟਰ ਖਤਮ ਹੁੰਦਾ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।